किस्मत ते नहीं मेहनत ते विश्वास रखो, लोकां ते नहीं रब ते आस रखो। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਨੌਜਵਾਨ ਦੇ ਨਾਲ ਮਿਲਵਾਵਾਂਗੇ ਜਿਹੜਾ ਉਹਨਾਂ ਨੌਜਵਾਨਾਂ ਦੇ ਲਈ ਮਿਸਾਲ ਹੈ ਜਿਹੜੇ ਨੌਜਵਾਨ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਕੰਮ ਨਹੀਂ ਹੈ, ਅਸੀਂ ਬਾਹਰ ਜਾਣਾ, ਵਿਦੇਸ਼ ਜਾਣਾ, ਜਾਂ ਫਿਰ ਅਕਸਰ ਉਹਨਾਂ ਦੀ ਸ਼ਿਕਾਇਤ ਹੁੰਦੀ ਆ ਕਿ ਸਾਨੂੰ ਰੱਬ ਨੇ ਆਹ ਨਹੀਂ ਦਿੱਤਾ, ਸਾਨੂੰ ਰੱਬ ਨੇ ਉਹ ਨਹੀਂ ਦਿੱਤਾ। ਮੈਂ ਦਰਅਸਲ ਲੋ ਮਿਡਲ ਕਲਾਸ ਫੈਮਿਲੀ ਤੋਂ ਜੀ ਬਿਲੋਂਗ ਕਰਦਾ। ਉਹ 'ਚ ਕੀ ਸੀਗਾ, ਸਾਡੇ ਫਾਈਨੈਂਸ਼ੀਅਲ ਸਟੇਟਸ ਇੰਨਾ ਨਹੀਂ ਹੈ ਸਟਰੋਂਗ। ਕੋਵਿਡ ਦੇ ਟਾਈਮ 'ਚੋਂ ਇਹ ਖਿਆਲ ਸੀਗਾ ਕਿਉਂਕਿ ਮੇਰੇ ਫਾਦਰ ਸਾਹਿਬ ਜਦੋਂ ਉਹਨਾਂ ਦੀ ਜੋਬ ਛੁੱਟੀ, ਉਹ ਦਰਅਸਲ ਸਕੂਲ 'ਚ ਵੈਨ ਡਰਾਈਵਰ ਸੀਗੇ, ਕਿਉਂਕਿ ਜਿਵੇਂ ਕਿ ਸਕੂਲ ਬੰਦ ਹੋ ਗਏ ਸੀ ਤਾਂ ਜਿਸ ਕਾਰਨ ਉਹਨਾਂ ਨੂੰ ਵੀ ਜੋਬ ਛੱਡਣੀ ਪੈ ਗਈ। ਕੈਸ਼ ਰਿਵੋਰਡਸ ਮੈਂ ਉਹ ਤੋਂ ਅਰਨਿੰਗ ਕਰਨੀ ਸਟਾਰਟ ਕਰੀ ਅਤੇ ਉੱਧਰੋਂ ਮੈਂ ਆਪਣੇ ਸਾਈਕਲ ਜੋਗੇ ਪੈਸੇ ਇਕੱਠੇ ਕਰਨੇ ਸ਼ੁਰੂ ਕਰਤੇ, ਕਿਉਂਕਿ ਮੇਰਾ ਵੀ ਸੀਗਾ, ਮੈਂ ਸੁਣਿਆ ਸੀ ਉਸ ਟਾਈਮ ਫੂਡ ਡਿਲੀਵਰੀ ਦਾ ਬੜਾ ਕਰੇਜ਼ ਸੀਗਾ, ਉਹ ਜੋਬ ਜ਼ਿਆਦਾ ਚੱਲ ਰਹੀ ਸੀ ਲੋਕਡਾਊਨ ਦੇ ਟਾਈਮ। ਹਾਂ, ਲੋਕਡਾਊਨ ਦੇ ਟਾਈਮ। ਅਤੇ ਮੈਂ ਦੇਖਿਆ ਕਿਉਂਕਿ ਮੈਂ ਉਸ ਟਾਈਮ ਬਾਈਕ ਵੀ ਅਫੋਰਡ ਨਹੀਂ ਕਰ ਸਕਦੀ ਸੀ, ਫਿਰ ਮੈਂ ਸੋਚਿਆ ਕਿ ਘੱਟੋ ਘੱਟ ਸਾਈਕਲ ਦੀ ਤਾਂ ਪਲੇਟਫਾਰਮ ਦਊਗਾ ਹੀ ਕੋਈ ਨਾ ਕੋਈ। ਇਹ ਚੀਜ਼ ਨਾ ਬੰਦੇ ਦੇ ਮਾਈਂਡ 'ਚ ਚੱਲਦੀ ਹੁੰਦੀ ਹੈ। ਜਦੋਂ ਅਸੀਂ ਕੋਈ ਕੰਮ ਸ਼ੁਰੂ ਕਰਨ ਲੱਗਦੇ ਆ ਜਾਂ ਸਾਡੇ ਮਾਈਂਡ 'ਚ ਕੋਈ ਕੰਮ ਆਉਂਦਾ ਨਾ ਕਿ ਅਸੀਂ ਆਹ ਕੰਮ ਕਰ ਲਈਏ, ਤਾਂ ਉਦੋਂ ਨਾ ਹਮੇਸ਼ਾ ਇੱਕ ਗੱਲ ਨਾਲ ਹੀ ਆ ਜਾਂਦੀ ਆ ਕਿ ਯਾਰ ਲੋਕ ਕੀ ਕਹਿਣਗੇ। ਦੁਨੀਆ ਦਾ ਸਭ ਤੋਂ ਵੱਡਾ ਰੋਗ ਕਿਆ ਕਹੇਂਗੇ ਲੋਕ, ਇਹ ਕਹਾਵਤ ਤਾਂ ਸਾਰਿਆਂ ਨੇ ਸੁਣੀ ਹੋਵੇਗੀ। ਇਹ ਕਹਾਵਤ ਮੈਂ ਮਨ 'ਚ ਰੱਖੀ, ਮੈਂ ਫਿਰ ਸਾਰਿਆਂ ਨੂੰ ਇਗਨੋਰ ਕਰਕੇ ਆਪਣਾ ਮੈਨੂੰ ਕੋਈ ਪਰਵਾਹ ਨਹੀਂ ਸੀ ਕਿ ਅਗਲਾ ਜੋ ਮਰਜ਼ੀ ਕਵੇ। ਜੇ ਬੈਡ ਰਿਸਪੌਂਸ ਵੀ ਆਉਂਦਾ ਮੈਂ ਕਿਹਾ ਕੋਈ ਦਿੱਕਤ ਨਹੀਂ। ਮੇਰੇ ਮਨ 'ਚ ਸਿਰਫ ਇਹੀ ਖਿਆਲ ਸੀ ਕਿ ਆਪਣੇ ਪੇਰੈਂਟਸ ਦੀ ਹੈਲਪ ਕਰਨੀ ਆ, ਪੇਰੈਂਟਸ ਦੀ ਹੈਲਪ ਦਾ ਹੀ ਮੈਨੂੰ ਪੂਰਾ ਖਿਆਲ ਸੀ ਕਿ ਮੈਂ ਉਹੀ ਖਿਆਲ ਰੱਖ ਕੇ ਜੋਬ ਕਰਦਾ ਰਿਹਾ ਮਨ ਲਾ ਕੇ। ਤੁਸੀਂ ਵੀ ਫਾਰਮੇਸੀ ਕਰ ਰਹੇ ਹੋ ਤਾਂ ਫਿਰ ਪੜ੍ਹਾਈ ਦੇ ਲਈ ਵੀ ਸਮਾਂ ਚਾਹੀਦਾ ਹੁੰਦਾ ਨਾ, ਫਿਰ ਪੜ੍ਹਾਈ ਕਿਵੇਂ ਕੰਪਲੀਟ ਕਰਦੇ ਹੋ ਨਾਲ ਜਾਂ ਕਿੰਨਾ ਟਾਈਮ ਪੜ੍ਹਾਈ ਦੇ ਲਈ ਕੱਢਦੇ ਹੋ, ਕਿੰਨਾ ਟਾਈਮ ਕੰਮ ਦੇ ਲਈ ਕੱਢਦੇ ਹੋ? ਕਿ ਬੰਦੇ ਕੋਲ 24 ਘੰਟੇ ਹੁੰਦੇ ਨੇ, ਉਹ ਕਿੱਦਾਂ ਵੀ ਆਪਣੇ 24 ਘੰਟਿਆਂ ਨੂੰ ਕਿੰਨਾ ਸਹੀ ਇਸਤੇਮਾਲ ਕਰਦਾ ਉਹ ਬੰਦੇ 'ਤੇ ਡਿਪੈਂਡ ਕਰਦਾ ਹੈ। ਟਾਈਮ ਮੈਨੇਜਮੈਂਟ ਦੀ ਜਿਹੜੀ ਸਕਿੱਲ ਹੈ ਉਹ ਅੱਜ ਦੀ ਯੂਥ ਦੇ ਵਿੱਚ ਬਹੁਤ ਜ਼ਰੂਰੀ ਹੁੰਦੀ ਹੈ। ਹੁਣ ਮੈਂ 24 ਘੰਟਿਆਂ ਦੇ ਵਿੱਚ ਆਪਣਾ ਸਟੱਡੀ ਦਾ ਵੀ ਮੈਨੇਜਮੈਂਟ ਆਪੇ ਹੀ ਕਰ ਲੈਂਦਾ, ਕਿਉਂਕਿ ਇਹ ਦਰਅਸਲ ਮੈਂ ਪਾਰਟ ਟਾਈਮ ਜੋਬ ਓਪਟ ਕੀਤੀ ਹੈ, ਕਿਉਂਕਿ ਹੁਣ ਮੈਂ ਮੈਕਸਿਮਮ ਪ੍ਰਾਇਓਰਿਟੀ ਤਾਂ ਆਪਣੀ ਸਟੱਡੀ ਨੂੰ ਹੀ ਦਿੰਦਾ। ਬਾਕੀ ਜਿਹੜਾ ਮਤਲਬ ਮੇਰਾ ਫ੍ਰੀ ਟਾਈਮ ਬਚਦਾ ਹੈ ਉਹ ਦਰਅਸਲ ਮੈਂ ਇੱਧਰ ਉੱਧਰ ਖਰਾਬ ਕਰਨ ਦੇ ਬਜਾਏ ਮੈਂ ਆਪਣਾ ਪਾਰਟ ਟਾਈਮ ਹੀ ਕਰ ਲੈਂਦਾ। ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ, ਮੈਂ ਹਾਂ ਸੁਖ ਦੁਲੇ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਨੌਜਵਾਨ ਦੇ ਨਾਲ ਮਿਲਵਾਵਾਂਗੇ ਜਿਹੜਾ ਉਹਨਾਂ ਨੌਜਵਾਨਾਂ ਦੇ ਲਈ ਮਿਸਾਲ ਹੈ ਜਿਹੜੇ ਨੌਜਵਾਨ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਕੰਮ ਨਹੀਂ ਹੈ, ਅਸੀਂ ਬਾਹਰ ਜਾਣਾ, ਵਿਦੇਸ਼ ਜਾਣਾ, ਜਾਂ ਫਿਰ ਅਕਸਰ ਉਹਨਾਂ ਦੀ ਸ਼ਿਕਾਇਤ ਹੁੰਦੀ ਆ ਕਿ ਸਾਨੂੰ ਰੱਬ ਨੇ ਆਹ ਨਹੀਂ ਦਿੱਤਾ, ਸਾਨੂੰ ਰੱਬ ਨੇ ਉਹ ਨਹੀਂ ਦਿੱਤਾ। ਹਮੇਸ਼ਾ ਗੱਲ-ਗੱਲ 'ਤੇ ਰੱਬ ਨੂੰ ਕੋਸਣ ਵਾਲੇ, ਆਪਣੀ ਕਿਸਮਤ ਨੂੰ ਕੋਸਣ ਵਾਲੇ ਨੌਜਵਾਨ ਇਸ ਮੁੰਡੇ ਦੀਆਂ ਗੱਲਾਂ ਜ਼ਰੂਰ ਸੁਣ ਜਿਸ ਦੇ ਨਾਲ ਅਸੀਂ ਤੁਹਾਨੂੰ ਮਿਲਵਾਉਣ ਆਏ ਹਾਂ। ਇੱਕ ਮੁੰਡਾ ਸਾਨੂੰ ਰੋਡ ਦੇ ਉੱਤੇ ਮਿਲਿਆ ਹੈ ਜੀ, ਔਰ ਮੁੰਡੇ ਦੀ ਖਾਸੀਅਤ ਇਹ ਹੈ ਕਿ ਮੁੰਡਾ ਜਿਹੜਾ ਫੂਡ ਡਿਲੀਵਰੀ ਦਾ ਕੰਮ ਕਰਦਾ ਹੈ ਔਰ ਨਾਲ ਆਪਣੀ ਪੜ੍ਹਾਈ ਵੀ ਉਸਨੇ ਜਾਰੀ ਰੱਖੀ ਹੋਈ ਆ। ਸਾਈਕਲ ਦੇ ਉੱਤੇ ਡਿਲੀਵਰੀ ਕਰਦਾ ਮੁੰਡਾ, ਉਹਦੇ ਨਾਲ ਗੱਲਬਾਤ ਕਰ ਲੈਂਦੇ ਆ। ਵੀਰੇ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਤੇ ਉਮਰ ਜ਼ਰੂਰ ਦੱਸ ਦਿਓ ਜੀ। ਜੀ, ਨਾਮ ਮੇਰਾ ਸਮੀਰ ਆਨੰਦ ਹੈ ਪੂਰਾ, ਤੇ ਉਮਰ ਮੇਰੀ 20 ਸਾਲ ਹੈ। ਤਾਂ ਵੀਰੇ 20 ਸਾਲ ਉਮਰ ਹੈ ਤੁਹਾਡੀ, ਔਰ ਜਿਵੇਂ ਮੈਂ ਤੁਹਾਨੂੰ ਦੇਖਿਆ ਕਿ ਨਾ ਤੁਸੀਂ ਸਾਈਕਲ ਦੇ ਉੱਤੇ ਆ ਰਹੇ ਹੋ, ਡਿਲੀਵਰੀ ਦਾ ਕੰਮ ਕਰਦੇ ਹੋ, ਤਾਂ ਪਹਿਲੀ ਗੱਲ ਤਾਂ ਇਹ ਕਿ ਤੁਹਾਨੂੰ ਇੰਨੀ ਘੱਟ ਉਮਰ ਦੇ ਵਿੱਚ ਇਹ ਕੰਮ ਕਰਨਾ ਪੈ ਰਿਹਾ, ਰੀਜ਼ਨ ਕੀ ਆ? ਜਿਵੇਂ ਤੁਸੀਂ ਮੈਂ ਇਸ ਕਰਕੇ ਕਹਿ ਰਿਹਾ ਕਿ ਘੱਟ ਉਮਰ ਦੇ ਵਿੱਚ ਜਿਵੇਂ ਤੁਸੀਂ ਨਾਲ ਪੜ੍ਹਾਈ ਕਰ ਰਹੇ ਹੋ, ਔਰ ਪੜ੍ਹਾਈ ਵੀ ਮੇਰੇ ਖਿਆਲ ਨਾਲ ਤੁਸੀਂ ਬੀ ਫਾਰਮੇਸੀ ਦੀ ਕਰ ਰਹੇ ਹੋ ਨਾ, ਤਾਂ ਫਿਰ ਉਹਦੇ ਲਈ ਥੋੜ੍ਹਾ ਟਾਈਮ ਵੀ ਜ਼ਿਆਦਾ ਚਾਹੀਦਾ ਵਾ ਨਾ, ਕਿਉਂਕਿ ਪੜ੍ਹਾਈ ਵੀ ਟਫ ਆ। ਤਾਂ ਇਹ ਕਿਉਂ ਕੰਮ ਕਰਨਾ ਪੈ ਰਿਹਾ ਤੁਹਾਨੂੰ? ਇਹ ਦਰਅਸਲ ਇੱਦਾਂ ਸੀ ਕਿ ਮੈਂ ਦਰਅਸਲ ਲੋ ਮਿਡਲ ਕਲਾਸ ਫੈਮਿਲੀ ਤੋਂ ਜੀ ਬਿਲੋਂਗ ਕਰਦਾ। ਉਹ 'ਚ ਕੀ ਸੀਗਾ, ਸਾਡੇ ਫਾਈਨੈਂਸ਼ੀਅਲ ਸਟੇਟਸ ਇੰਨਾ ਨਹੀਂ ਹੈ ਸਟਰੋਂਗ ਕਿ ਮੈਂ ਦਰਅਸਲ ਬਾਈਕ ਵਾਸਤੇ ਅਫੋਰਡ ਕਰ ਸਕਦਾ, ਤਾਂ ਕਰਕੇ ਮੈਂ ਸਾਈਕਲ 'ਤੇ ਹੀ ਫੂਡ ਡਿਲੀਵਰੀ ਕਰਨ ਦਾ ਸੋਚਿਆ, ਕਿਉਂਕਿ ਮੇਰੇ ਮਨ 'ਚ ਕੋਵਿਡ ਦੇ ਟਾਈਮ 'ਚੋਂ ਇਹ ਖਿਆਲ ਸੀਗਾ, ਕਿਉਂਕਿ ਮੇਰੇ ਫਾਦਰ ਸਾਹਿਬ ਜਦੋਂ ਉਹਨਾਂ ਦੀ ਜੋਬ ਛੁੱਟੀ, ਉਹ ਦਰਅਸਲ ਸਕੂਲ 'ਚ ਵੈਨ ਡਰਾਈਵਰ ਸੀਗੇ, ਕਿਉਂਕਿ ਜਿਵੇਂ ਕਿ ਸਕੂਲ ਬੰਦ ਹੋ ਗਏ ਸੀ ਤਾਂ ਜਿਸ ਕਾਰਨ ਉਹਨਾਂ ਨੂੰ ਵੀ ਜੋਬ ਛੱਡਣੀ ਪੈ ਗਈ। ਸਕੂਲ ਵਾਲਿਆਂ ਨੇ ਕੰਮ ਵੀ ਬੰਦ ਕਰਤਾ ਸੀ ਸਾਰਾ। ਫਿਰ ਸਾਡੇ ਮਤਲਬ ਪੂਰੀ ਇੱਕ ਤਰ੍ਹਾਂ ਦੀ ਜਿਹੜੀ ਬੈਕਬੋਨ ਸੀਗਾ ਫੈਮਿਲੀ ਦਾ, ਉਹ ਪੂਰੀ ਤਰ੍ਹਾਂ ਟੁੱਟ ਗਿਆ, ਆਹੀ ਕਹਿ ਸਕਦੇ ਹਾਂ, ਕਿਉਂਕਿ ਉਹ ਦਿਨ ਮੇਰੇ ਤੋਂ ਦੇਖੇ ਨਹੀਂ ਗਏ ਸੀ। ਉਸੇ ਦਿਨ ਹੀ ਮੇਰੇ ਅੰਦਰ ਖਿਆਲ ਆਇਆ ਕਿ ਹੁਣ ਮੈਂ ਆਪਣੇ ਫਾਦਰ ਦੀ ਇੰਨੀ ਕੁ ਤਾਂ ਹੈਲਪ ਕਰ ਹੀ ਸਕਦਾ, ਕਿਉਂਕਿ ਉਹਨਾਂ ਦੇ ਵੀ ਮੋਢਿਆਂ 'ਤੇ ਇੰਨਾ ਭਾਰ ਹੈ ਆਪਣੇ ਬੱਚਿਆਂ ਨੂੰ ਪਾਲਣ ਦਾ, ਕਿਉਂਕਿ ਉਹ ਭਾਰ ਘਟਾਉਣਾ ਤਾਂ ਬਣਦਾ ਹੀ ਹੈ ਇਹਨਾਂ ਦਾ ਫਰਜ਼। ਫਿਰ ਉਸੇ ਦਿਨ ਮੈਂ ਔਨਲਾਈਨ ਅਰਨਿੰਗ ਦੇ ਬਾਰੇ ਦੇਖਣ ਲੱਗ ਗਿਆ। ਔਨਲਾਈਨ ਮੈਂ ਦੇਖਿਆ, ਔਨਲਾਈਨ ਸਰਵਿਸ ਹੁੰਦੇ ਸੀ, ਮੈਂ ਉਹ ਸਰਵਿਸ ਦਿੱਤੇ, ਜਿਹਦੇ ਨਾਲ ਮੈਂ ਕੈਸ਼ ਰਿਵੋਰਡਸ ਵੀ ਅਰਨ ਕਰਤੇ।
ਉਹੀ ਕੈਸ਼ ਰਿਵੋਰਡਸ ਮੈਂ ਉਹ ਤੋਂ ਅਰਨਿੰਗ ਕਰਨੀ ਸਟਾਰਟ ਕਰੀ ਤੇ ਉਧਰੋਂ ਮੈਂ ਆਪਣੇ ਸਾਈਕਲ ਜੋਗੇ ਪੈਸੇ ਇਕੱਠੇ ਕਰਨੇ ਸ਼ੁਰੂ ਕਰਤੇ ਕਿਉਂਕਿ ਮੇਰਾ ਵੀ ਸੀਗਾ, ਮੈਂ ਸੁਣਿਆ ਸੀ ਉਸ ਟਾਈਮ ਫੂਡ ਡਿਲੀਵਰੀ ਦਾ ਬੜਾ ਕ੍ਰੇਜ਼ ਸੀਗਾ, ਉਹ ਜੋਬ ਜ਼ਿਆਦਾ ਚੱਲ ਰਹੀ ਸੀ ਲੋਕਡਾਊਨ ਦੇ ਟਾਈਮ। ਹਾਂ, ਲੋਕਡਾਊਨ ਦੇ ਟਾਈਮ। ਤੇ ਮੈਂ ਦੇਖਿਆ ਕਿਉਂਕਿ ਮੈਂ ਉਸ ਟਾਈਮ ਬਾਈਕ ਵੀ ਅਫੋਰਡ ਨਹੀਂ ਕਰ ਸਕਦਾ ਸੀ, ਫਿਰ ਮੈਂ ਸੋਚਿਆ ਕਿ ਘੱਟੋ ਘੱਟ ਸਾਈਕਲ ਦੀ ਤਾਂ ਪਲੇਟਫਾਰਮ ਦਊਗਾ ਹੀ ਕੋਈ ਨਾ ਕੋਈ। ਫਿਰ ਮੈਂ ਦੇਖਿਆ ਜ਼ੋਮੈਟੋ 'ਚ ਅਪਲਾਈ ਕਰਕੇ, ਉੱਧਰ ਸਾਈਕਲ ਦਾ ਆਪਸ਼ਨ ਸੀਗਾ ਲੇਕਿਨ ਉਹ ਸਾਈਕਲ ਦੀ ਆਈਡੀ ਨਹੀਂ ਬਣਾ ਰਿਹਾ ਸੀ, ਉਹ ਦਰਅਸਲ ਬਾਈਕ ਰਾਈਡਰਸ ਵਾਸਤੇ ਹੀ ਅਵੇਲੇਬਲ ਸੀਗਾ। ਅੱਛਾ ਜੀ। ਫਿਰ ਮੈਂ ਕੋਈ ਨਹੀਂ, ਹਾਰ ਨਹੀਂ ਮੰਨੀ ਉਸ ਟਾਈਮ ਵੀ। ਫਿਰ ਮੈਂ ਦੂਸਰੇ ਪਲੇਟਫਾਰਮ 'ਚ ਸਰਚ ਆਊਟ ਕੀਤਾ ਤੇ ਸਵਿਗੀ ਪਲੇਟਫਾਰਮ ਪਤਾ ਹੀ ਹੋਗਾ, ਉਧਰ ਮੈਂ ਆਪਣੀ ਆਈਡੀ ਦੇਖੀ ਬਣਾ ਕੇ ਤੇ ਉਧਰ ਸਾਈਕਲ ਆਈਡੀ ਅਵੇਲੇਬਲ ਸੀਗੀ। ਅੱਛਾ ਜੀ। ਉਸ ਟਾਈਮ ਮੈਂ ਫਿਰ ਜਿਹੜੀ ਸਿਕਿਉਰਿਟੀ ਸੀਗੀ ਉਹ ਆਪਣੀ ਡਿਪੋਜ਼ਿਟ ਕਰਾਈ 300 ਰੁਪਇਆ, ਜਿਹੜਾ ਬੈਗ ਤੇ ਯੂਨੀਫਾਰਮ ਵਾਸਤੇ ਡਿਪੋਜ਼ਿਟ ਲੱਗਦਾ ਉੱਧਰ। ਜੀ ਜੀ। ਤੇ ਉਹ ਕਸਟਮਰ ਕੇਅਰ ਤੋਂ ਮੈਨੂੰ ਫੋਨ ਆ ਗਿਆ, ਉੱਧਰੋਂ ਹੀ 2 ਦਿਨ 'ਚ ਮੇਰੀ ਆਈਡੀ ਤਿਆਰ ਹੋ ਗਈ। ਆਈਡੀ ਤਿਆਰ ਹੋਣ ਤੋਂ ਬਾਅਦ 1-2 ਦਿਨ 'ਚ ਬਾਅਦ ਮੇਰੇ ਹੋਮ ਡਿਲੀਵਰ ਹੋ ਗਈ ਯੂਨੀਫਾਰਮ ਤੇ ਬੈਗ, ਤੇ ਉਸੇ ਦਿਨ ਹੀ ਮੈਂ ਕੰਮ ਤੋਂ ਸਟਾਰਟਿੰਗ ਕਰਤੀ। ਤੇ ਅੰਦਰ ਇੱਕ ਐਕਸਾਈਟਮੈਂਟ ਸੀਗੀ ਕਿ ਨਿਊ ਐਕਸਪੀਰੀਅੰਸ ਵੇਖਣ ਨੂੰ ਮਿਲੇਗਾ, ਨਿਊ ਸਰਾਊਂਡਿੰਗ ਵਿੱਚ ਇੱਕ ਆਪਣਾ ਸੈਲਫ ਕੌਨਫੀਡੈਂਸ ਵੀ ਵੱਧ ਜਾਂਦਾ ਹੈ ਕਿਉਂਕਿ ਹੁਣ ਤੁਸੀਂ ਆਪਣੇ ਆਪ ਨੂੰ ਇੰਨਾ ਕੁ ਨਿਰਭਰ ਕਰ ਸਕਦੇ ਹੋ ਕਿ ਆਪਣੇ ਮਾਪਿਆਂ ਦੀ ਹੈਲਪ ਤਾਂ ਕਰ ਹੀ ਸਕਦੇ ਹੋ। ਫਿਰ ਮੈਂ ਉਸ ਟਾਈਮ ਪੂਰਾ ਮਨ ਲਗਾ ਕੇ ਜੋਬ ਕੀਤੀ। 2 ਮਹੀਨੇ ਹੋ ਗਏ ਨੇ ਮੈਨੂੰ ਇਸ ਜੋਬ ਨੂੰ ਕਰਦੇ ਹੋਏ। ਉਸ ਟਾਈਮ ਲੋਕਾਂ ਤੋਂ ਵੀ ਮੈਨੂੰ ਬਹੁਤ ਅੱਛਾ ਫੀਡਬੈਕ ਮਿਲਿਆ ਕਿਉਂਕਿ ਮੈਂ ਸੋਚਿਆ ਸੀ ਕਿ ਸਟਾਰਟਿੰਗ ਤੋਂ ਪਹਿਲਾਂ ਮੇਰੇ ਮਨ ਦੇ ਵਿੱਚ ਇੱਕ ਖਿਆਲ ਸੀਗਾ ਕਿ ਲੋਕੀ ਕੁਛ ਤਾਂ ਕਹਿਣਗੇ, ਲੇਕਿਨ ਫਿਰ ਉਹ ਦਰਅਸਲ ਉਹਦੇ ਬਿਲਕੁਲ ਹੀ ਆਪੋਜ਼ਿਟ ਹੋ ਗਿਆ ਕਿਉਂਕਿ ਲੋਕਾਂ ਨੂੰ ਵੀ ਮੈਂ ਸੋਚਿਆ ਕਿ ਨੈਗੇਟਿਵ ਫੀਡਬੈਕ ਦੀ ਬਜਾਏ ਪੋਜ਼ਿਟਿਵ ਫੀਡਬੈਕ ਆਉਣ ਲੱਗ ਗਿਆ ਕਿਉਂਕਿ ਲੋਕਾਂ ਨੂੰ ਵੀ ਪਤਾ ਲੱਗਿਆ ਕਿ ਮਿਹਨਤ ਦੀ ਸਰਾਹਨਾ ਕਰਨੀ ਚਾਹੀਦੀ ਹੈ ਬਿਲਕੁਲ, ਤੇ ਉਹ ਵੀ ਮੈਨੂੰ ਪੋਜ਼ਿਟਿਵ ਫੀਡਬੈਕ ਦੇਣ ਲੱਗ ਗਏ। ਤਾਂ ਇੱਥੇ ਇੱਕ ਚੀਜ਼ ਤੁਸੀਂ ਖੁਦ ਹੀ ਕਹੀ ਆ ਕਿ ਲੋਕਾਂ ਦਾ ਜਿਹੜਾ ਪੋਜ਼ਿਟਿਵ ਰਿਸਪੌਂਸ ਤੁਹਾਨੂੰ ਮਿਲਿਆ ਵਾ, ਹਮੇਸ਼ਾ ਇਹ ਚੀਜ਼ ਨਾ ਬੰਦੇ ਦੇ ਮਾਈਂਡ 'ਚ ਚੱਲਦੀ ਹੁੰਦੀ ਹੈ। ਜਦੋਂ ਅਸੀਂ ਕੋਈ ਕੰਮ ਸ਼ੁਰੂ ਕਰਨ ਲੱਗਦੇ ਆ ਜਾਂ ਸਾਡੇ ਮਾਈਂਡ 'ਚ ਕੋਈ ਕੰਮ ਆਉਂਦਾ ਨਾ ਕਿ ਅਸੀਂ ਆਹ ਕੰਮ ਕਰ ਲਈਏ, ਤਾਂ ਉਦੋਂ ਨਾ ਹਮੇਸ਼ਾ ਇੱਕ ਗੱਲ ਨਾਲ ਹੀ ਆ ਜਾਂਦੀ ਆ ਕਿ ਯਾਰ ਲੋਕ ਕੀ ਕਹਿਣਗੇ। ਲੋਕਾਂ ਦਾ ਧਿਆਨ ਨਾ ਆਪਾਂ ਨੂੰ ਕੰਮ ਤੋਂ ਪਹਿਲਾਂ ਆ ਜਾਂਦਾ ਕਿ ਯਾਰ ਮੈਂ ਕੰਮ ਸ਼ੁਰੂ ਕਰਨਾ, ਤਾਂ ਕੰਮ ਦੇ ਬਾਰੇ ਆਪਾਂ ਬਾਅਦ 'ਚ ਸੋਚਦੇ ਹਾਂ, ਤਾਂ ਪਹਿਲਾਂ ਹੁੰਦਾ ਕਿ ਲੋਕ ਕੀ ਕਹਿਣਗੇ। ਤਾਂ ਜਦੋਂ ਫਿਰ ਤੁਹਾਡੇ ਮਨ 'ਚ ਆਈਡੀਆ ਆਇਆ ਸੀ ਪਹਿਲਾਂ, ਕਿਤੇ ਨਾ ਕਿਤੇ ਤੁਹਾਡੇ ਦਿਮਾਗ 'ਚ ਵੀ ਇਹ ਗੱਲ ਆਈ ਹੋਏਗੀ ਕਿ ਯਾਰ ਲੋਕ ਕੀ ਕਹਿਣਗੇ ਨਾ, ਜਾਂ ਮੈਂ ਕਿਵੇਂ ਕਰੂੰਗਾ। ਤਾਂ ਫਿਰ ਉਹ ਚੀਜ਼ ਦੇ ਵਿੱਚੋਂ ਕਿਵੇਂ ਆਪਣੇ ਆਪ ਨੂੰ ਸੰਭਾਲਿਆ, ਕਿਵੇਂ ਉਸ ਚੀਜ਼ ਦੇ ਵਿੱਚੋਂ ਨਿਕਲੇ? ਮੈਂ ਦਰਅਸਲ ਇੱਕ ਕਹਾਵਤ ਨੂੰ ਆਪਣੀ ਲਾਈਫ 'ਚ ਬਹੁਤ ਫੋਲੋ ਕਰਦਾ ਕਿਉਂਕਿ ਮੈਂ ਸੁਣੀ ਹੋਈ ਆ, ਦੇਖਿਆ ਸੀ ਕਿ ਦੁਨੀਆ ਦਾ ਸਭ ਤੋਂ ਵੱਡਾ ਰੋਗ ਕਿਆ ਕਹੇਂਗੇ ਲੋਕ। ਇਹ ਕਹਾਵਤ ਤਾਂ ਸਾਰਿਆਂ ਨੇ ਸੁਣੀ ਹੋਏਗੀ। ਇਹ ਕਹਾਵਤ ਮੈਂ ਮਨ 'ਚ ਰੱਖੀ। ਮੈਂ ਫਿਰ ਸਾਰੇ ਨੂੰ ਇਗਨੋਰ ਕਰਕੇ ਮੈਨੂੰ ਕੋਈ ਪਰਵਾਹ ਨਹੀਂ ਸੀ ਕਿ ਅਗਲਾ ਜੋ ਮਰਜ਼ੀ ਕਵੇ ਹੈ, ਜੇ ਬੈਡ ਰਿਸਪੌਂਸ ਵੀ ਆਉਂਦਾ ਮੈਂ ਕਿਹਾ ਕੋਈ ਦਿੱਕਤ ਨਹੀਂ। ਮੇਰੇ ਮਨ 'ਚ ਸਿਰਫ ਇਹੀ ਖਿਆਲ ਸੀ ਕਿ ਆਪਣੇ ਪੇਰੈਂਟਸ ਦੀ ਹੈਲਪ ਕਰਨੀ ਹੈ, ਪੇਰੈਂਟਸ ਦੀ ਹੈਲਪ ਦਾ ਹੀ ਮੈਨੂੰ ਪੂਰਾ ਖਿਆਲ ਸੀ ਕਿ ਮੈਂ ਉਹੀ ਖਿਆਲ ਰੱਖ ਕੇ ਜੋਬ ਕਰਦਾ ਰਿਹਾ ਮਨ ਲਾ ਕੇ, ਜਿਹਦੇ ਕਰਕੇ ਰੱਬ ਵੀ ਮੇਰੇ ਨਾਲ ਰਿਹਾ, ਪੂਰਾ ਸਾਥ ਦਿੱਤਾ ਰੱਬ ਨੇ ਵੀ। ਤਾਂ ਹੀ ਉਹ ਮੈਨੂੰ ਪੋਜ਼ਿਟਿਵ ਫੀਡਬੈਕ ਲੋਕਾਂ ਕੋਲੋਂ ਮਿਲਣ ਲੱਗ ਗਿਆ, ਜਿਹੜਾ ਕਿ ਮੈਨੂੰ ਕੌਨਫੀਡੈਂਸ ਹੋਰ ਬੂਸਟ ਕਰਤਾ ਉਹਨਾਂ ਨੇ। ਲੋਕ ਕਹਿੰਦੇ ਕਿ ਪੁੱਤਰ ਤੂੰ ਜਿਹੜਾ ਵੀ ਕੰਮ ਕਰ ਰਿਹਾ ਉਹ ਮਿਹਨਤ ਨਾਲ ਪੂਰੇ ਸ਼ਿੱਦਤ ਨਾਲ ਕਰ, ਰੱਬ ਤੈਨੂੰ ਹੋਰ ਤਰੱਕੀਆਂ ਦੇਵੇ, ਜਿਹੜਾ ਕਿ ਅੰਦਰ ਇੱਕ ਤਰ੍ਹਾਂ ਦੀ ਖੁਸ਼ੀ ਦੀ ਲਹਿਰ ਹੀ ਪਾ ਦਿੰਦਾ ਬੰਦੇ ਦੇ ਵਿੱਚ ਕਿ ਬਹੁਤ ਮੇਰੀ ਐਕਸਾਈਟਮੈਂਟ ਹੋਰ ਹੋਊਗੀ ਕਿ ਹਾਂ ਬਈ ਲੋਕਾਂ ਤੋਂ ਵੀ ਇੰਨਾ ਵਧੀਆ ਫੀਡਬੈਕ। ਤਾਂ ਵੀਰੇ ਇੱਕ ਚੀਜ਼ ਤੁਸੀਂ ਸਟਾਰਟਿੰਗ ਦੇ ਵਿੱਚ ਜਿਵੇਂ ਦੱਸੀ ਆ ਕਿ ਤੁਹਾਡੇ ਕੋਲ ਪਹਿਲਾਂ ਸਾਈਕਲ ਦੇ ਵੀ ਪੈਸੇ ਨਹੀਂ ਸੀ ਨਾ, ਤੁਹਾਡੇ ਕੋਲੇ ਸਾਈਕਲ ਵੀ ਨਹੀਂ ਸੀਗਾ। ਜੇਕਰ ਸਾਈਕਲ ਦੀ ਗੱਲ ਕਰੀਏ ਤਾਂ ਸਾਈਕਲ ਦੀ ਜਿਹੜੀ ਕੋਸਟ ਆ ਉਹ ਫਿਰ ਵੀ ਚਲੋ ਇੱਕ ਮਿਡਲ ਕਲਾਸ ਬੰਦੇ ਲਈ ਉਨੀ ਕਰਕੇ ਇੱਕ ਮਿਡਲ ਕਲਾਸ ਬੰਦਾ ਸਾਈਕਲ ਖਰੀਦ ਸਕਦਾ, ਪਰ ਤੁਹਾਡੇ ਹਾਲਾਤ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਅਜਿਹੇ ਸੀ ਕਿ ਸਾਈਕਲ ਲੈਣ ਜੋਗੇ ਵੀ ਪੈਸੇ ਨਹੀਂ ਸੀਗੇ ਉਸ ਟਾਈਮ ਦੇ ਵਿੱਚ, ਹੈ ਨਾ। ਤਾਂ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਬੰਦੇ ਦੇ ਉੱਤੇ ਇੰਨੇ ਮਾੜੇ ਹਾਲਾਤ ਹੁੰਦੇ ਨੇ ਨਾ, ਬੰਦਾ ਡੋਲ ਜਾਂਦਾ ਵਾ। ਤਾਂ ਫਿਰ ਉਸ ਟਾਈਮ 'ਤੇ ਪਰਿਵਾਰ ਦੀ ਕਿਵੇਂ ਸਹਾਇਤਾ ਮਿਲੀ, ਕਿਵੇਂ ਤੁਸੀਂ ਉਸ ਮੁਸ਼ਕਿਲ ਦੇ ਵਿੱਚੋਂ ਆਪਣੇ ਆਪ ਨੂੰ ਕੱਢਿਆ? ਇੱਦਾਂ ਹੈ ਕਿ ਜਿਹੜਾ ਵੀ ਦੁੱਖ ਦਾ ਵੇਲਾ ਆਵੇ ਉੱਧਰ ਡੋਲਣ ਦੀ ਤਾਂ ਕੋਈ ਗੱਲ ਹੀ ਨਹੀਂ ਹੁੰਦੀ ਕਿਉਂਕਿ ਜੇਕਰ ਤੁਸੀਂ ਡੋਲ ਗਏ ਤਾਂ ਫਿਰ ਤਾਂ ਮਤਲਬ ਪੂਰੀ ਤਰ੍ਹਾਂ ਇੱਕ ਤਰ੍ਹਾਂ ਦਿੱਕਤਾਂ ਦਾ ਪਹਾੜ ਹੀ ਟੁੱਟ ਪੈਂਦਾ ਬੰਦੇ ਦੇ ਉੱਪਰ। ਉਸ ਟਾਈਮ ਕੀ ਹੈ, ਉਸੇ ਟਾਈਮ ਦੇਖਿਆ ਜਾਂਦਾ ਕਿ ਬੰਦੇ ਦੀ ਅਸਲੀ ਪ੍ਰੀਖਿਆ ਕੀ ਹੁੰਦੀ ਆ ਕਿਉਂਕਿ ਉਸੇ ਟਾਈਮ ਜੇ ਬੰਦਾ ਇੱਕ ਵਾਰੀ ਠਾਣ ਲਵੇ ਕਿ ਹਾਂ ਬਈ ਇਸ ਦੁੱਖ ਦੇ ਵੇਲੇ 'ਚੋਂ ਨਿਕਲਣਾ ਹੈ ਤਾਂ ਫਿਰ ਉਹ ਪੱਕਾ ਜ਼ਰੂਰ ਨਿਕਲਦਾ। ਉਹ ਆਸੇ ਪਾਸੇ ਕੁਝ ਨਹੀਂ ਦੇਖਦਾ ਕਿ ਹਾਂ ਬਈ ਕਿੰਨੇ ਸੰਕਟ ਨੇ ਉੱਤੇ, ਉਹ ਬਿਲਕੁਲ ਮਤਲਬ ਬਿਨਾਂ ਘਬਰਾਏ ਆਪਣੇ ਆਪ ਨੂੰ ਹੌਸਲਾ ਰੱਬ ਦਾ ਨਾਮ ਲੈ ਕੇ ਜਿਹੜਾ ਵੀ ਕੰਮ ਕਰਦਾ ਉਹ ਸਿਰੇ ਚੜ੍ਹਦਾ ਬਿਲਕੁਲ ਚੰਗੀ ਤਰ੍ਹਾਂ। ਤਾਂ ਫਿਰ ਜਦੋਂ ਇਹ ਕੰਮ ਸ਼ੁਰੂ ਕੀਤਾ ਵਾ
ਹੁਣ ਇਹ ਕੰਮ ਕਰ ਰਹੇ ਹੋ, ਪਹਿਲਾਂ ਤਾਂ ਇਹਨੂੰ ਟਾਈਮ ਕਿੰਨਾ ਹੋ ਗਿਆ ਇਸ ਕੰਮ ਕਰਦੇ ਨੂੰ ਤੁਹਾਨੂੰ? ਇਹ ਜਿੱਦਾਂ ਕਿ ਮੈਂ ਦੱਸਿਆ 2 ਮਹੀਨੇ ਹੋ ਗਏ ਆਹੀ ਮੈਨੂੰ ਡਿਲੀਵਰੀਆਂ ਕਰਦੇ ਹੋਏ। ਓਕੇ। ਬਸ। ਤੇ 2 ਮਹੀਨੇ ਹੋ ਚੁੱਕੇ ਨੇ, ਜਿਵੇਂ ਨਾਲ ਦੇ ਯਾਰ ਦੋਸਤ ਹੋਣਗੇ ਨਾ, ਉਹਨਾਂ ਦਾ ਕੀ ਰਿਸਪੌਂਸ ਆ? ਉਹ ਕਿਵੇਂ ਦਾ ਹੈ ਨਾ ਰਿਸਪੌਂਸ ਕਰਦੇ ਆ ਤੁਹਾਡੇ ਨਾਲ? ਜਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਹੈਗਾ ਕਿ ਤੁਸੀਂ ਇਹ ਕੰਮ ਸ਼ੁਰੂ ਕੀਤਾ ਵਾ ਤਾਂ ਫਿਰ ਉਹਨਾਂ ਨੇ ਅੱਗੋਂ ਕੀ ਕਿਹਾ? ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਬਹੁਤ ਸਾਰੇ ਯਾਰ ਦੋਸਤ ਇੱਦਾਂ ਦੇ ਹੁੰਦੇ ਆ ਜਿਹੜੇ ਸਾਨੂੰ ਨਾ ਮੋਟੀਵੇਟ ਕਰਦੇ ਆ ਕਿ ਹਾਂ ਤੂੰ ਇਹ ਕੰਮ ਕਰ, ਹੈ ਨਾ, ਤੈਨੂੰ ਜ਼ਰੂਰਤ ਆ। ਸਾਨੂੰ ਸਮਝਾਉਂਦੇ ਆ ਕਿ ਸਾਨੂੰ ਸਹੀ ਰਸਤੇ ਦੇ ਉੱਤੇ ਨਾ ਜਾਣ ਦੇ ਲਈ ਜਿਹੜਾ ਇੱਕ ਰਸਤਾ ਵੀ ਦਿਖਾਉਂਦੇ ਆ ਕਿ ਹਾਂ ਤੇਰੇ ਲਈ ਇਹ ਰਾਹ ਸਹੀ ਹੈ, ਤੂੰ ਇਹਦੇ 'ਤੇ ਚੱਲ। ਕੁਝ ਕੁ ਇੱਦਾਂ ਦੇ ਹੁੰਦੇ ਆ ਜਿਹੜੇ ਮਜ਼ਾਕ ਕਰਦੇ ਆ ਨਾ, ਜਾਂ ਫਿਰ ਉਹ ਕਈ ਵਾਰੀ ਹੁੰਦਾ ਬੰਦਾ ਮਜ਼ਾਕ ਦੇ ਵਿੱਚ ਡੋਲ ਵੀ ਜਾਂਦਾ ਵਾ। ਤਾਂ ਫਿਰ ਯਾਰ ਦੋਸਤ ਜਿਹੜੇ ਉਹ ਨਾਲ ਦੇ ਕਿਵੇਂ ਦੇ ਨੇ, ਉਹਨਾਂ ਦਾ ਕਿਵੇਂ ਦਾ ਰਿਸਪੌਂਸ ਹੁੰਦਾ? ਯਾਰ ਦੋਸਤ ਮੇਰੇ ਮਤਲਬ ਬਹੁਤ ਚੰਗੇ ਬਿਹੇਵੀਅਰ ਦੇ ਰੱਖਦੇ ਨੇ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਮੇਰੀ ਫਾਈਨੈਂਸ਼ੀਅਲ ਸਟੇਟਸ ਕਿੱਦਾਂ ਦਾ ਹੈ। ਉਹ ਦਰਅਸਲ ਇਹੋ ਨੇ ਕਦੇ ਕਦਾਰ ਮਜ਼ਾਕ ਕਰ ਲਿਆ, ਉਹ ਤਾਂ ਮਜ਼ਾਕ ਹਾਸੇ ਖੇਡੇ ਤਾਂ ਚੱਲਦੇ ਹੀ ਰਹਿੰਦੇ ਨੇ, ਲੇਕਿਨ ਉਹ ਜਿਹੜੀ ਰਿਐਲਿਟੀ ਹੈ ਉਹ ਬਿਲਕੁਲ ਮੈਨੂੰ ਸਪੋਰਟਿਵ ਰਹੇ ਨੇ, ਹਰ ਵੇਲੇ ਸਪੋਰਟ ਕਰਦੇ ਨੇ, ਪੂਰਾ ਕੋਆਪਰੇਟ ਵੀ ਕਰਦੇ ਨੇ। ਕਿਉਂਕਿ ਕਈ ਵਾਰੀ ਮੈਂ ਜਿਹੜੇ ਵੀ ਆਪਣੇ ਆਈਡੀਆਜ਼ ਨੇ ਉਹਨਾਂ ਨਾਲ ਜ਼ਰੂਰ ਡਿਸਕਸ ਕਰਦਾ ਤਾਂ ਕਿ ਉਹਨਾਂ ਦਾ ਵੀ ਕੀ ਵਿਊ ਪੁਆਇੰਟ ਹੈ ਇਸ ਮੇਰੇ ਆਈਡੀਆਜ਼ ਦੇ ਵਿੱਚ, ਤਾਂ ਕਿ ਹੋਰ ਉਹਨਾਂ ਦਾ ਵੀ ਦੱਸ ਸਕੇ ਕਿ ਕੀ ਓਪੀਨੀਅਨ ਹੈ ਕਿ ਹਾਂ ਮੇਰਾ ਕੰਮ ਸਹੀ ਹੈ ਕਿ ਨਹੀਂ। ਉਹ ਜਦ ਮੈਂ ਉਹਨਾਂ ਨੂੰ ਦੱਸਿਆ ਪੁੱਛਿਆ ਤਾਂ ਫਿਰ ਉਹ ਕਹਿੰਦੇ ਕਿ ਹਾਂ ਬਈ ਜਿਹੜਾ ਵੀ ਕੰਮ ਕਰ ਰਿਹਾ ਸ਼ਿੱਦਤ ਨਾਲ ਕਰ, ਰੱਬ ਤੈਨੂੰ ਹੋਰ ਤਰੱਕੀਆਂ ਦੇਵੇ। ਆਹੀ ਗੱਲ ਨੇ ਮੈਨੂੰ ਪੂਰਾ ਦਿਲ ਜਿੱਤ ਲਿਆ ਉਹਨਾਂ ਦਾ ਕਿ ਹਾਂ ਬਈ ਪਰਮਾਤਮਾ ਨੇ ਕਿੰਨਾ ਮੈਨੂੰ ਉਹ ਚੰਗੇ ਦੋਸਤ ਦਿੱਤੇ ਨੇ। ਬਿਲਕੁਲ, ਮੈਨੂੰ ਲੱਗਦਾ ਜੀ ਇਹੋ ਜਿਹੇ ਯਾਰ ਦੋਸਤ ਹੋਣ ਤਾਂ ਬੰਦੇ ਲਈ ਬਹੁਤ ਚੰਗੀ ਗੱਲ ਹੁੰਦੀ ਹੈ। ਔਰ ਸ਼ਾਇਦ ਇਹਨਾਂ ਯਾਰਾਂ ਦੋਸਤਾਂ ਕਰਕੇ ਨਾ ਯਾਰੀ ਦੋਸਤੀ ਨੂੰ ਜਿਹੜਾ ਇੱਕ ਉੱਚਾ ਰੁਤਬਾ ਜਿਹੜਾ ਦਿੱਤਾ ਜਾਂਦਾ ਹਮੇਸ਼ਾ। ਤੇ ਇੱਥੇ ਇੱਕ ਚੀਜ਼ ਮੈਂ ਤੁਹਾਡੇ ਤੋਂ ਹੋਰ ਜ਼ਰੂਰ ਪੁੱਛਣੀ ਚਾਹੁੰਦਾ, ਜਿਵੇਂ ਸਾਈਕਲ ਦੇ ਉੱਤੇ ਡਿਲੀਵਰੀ ਕਰ ਦੇਣਾ, ਠੰਡ ਦਾ ਟਾਈਮ ਹੈ, ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜਾ ਵੀ ਕੋਈ ਵੀ ਆਪਾਂ ਭੋਜਨ ਖਾਣ ਵਾਲੀ ਚੀਜ਼ ਆ ਨਾ ਉਹ ਠੰਡੀ ਹੋ ਜਾਂਦੀ ਆ, ਤਾਂ ਫਿਰ ਲੋਕਾਂ ਦੇ ਤੱਕ ਪਹੁੰਚਣ ਤੋਂ ਤੁਹਾਨੂੰ ਟਾਈਮ ਵੀ ਥੋੜ੍ਹਾ ਜ਼ਿਆਦਾ ਲੱਗ ਜਾਂਦਾ ਹੋਊ। ਜੇ ਮੋਟਰਸਾਈਕਲ ਦੇ ਉੱਤੇ ਤੁਸੀਂ 15 ਮਿੰਟਾਂ 'ਚ ਪਹੁੰਚਣਾ ਤਾਂ ਸਾਈਕਲ 'ਤੇ 25 ਤੋਂ 30 ਮਿੰਟ ਆਰਾਮ ਨਾਲ ਲੱਗ ਜਾਂਦੇ ਹੋਣਗੇ। ਤਾਂ ਫਿਰ ਉੱਥੇ ਕਦੇ ਕਿਸੇ ਕਸਟਮਰ ਨੇ ਕੋਈ ਸ਼ਿਕਾਇਤ ਕੀਤੀ ਆ? ਕਦੇ ਕਿਸੇ ਕਸਟਮਰ ਨੇ ਕੁਝ ਕਿਹਾ ਤੁਹਾਨੂੰ? ਕਸਟਮਰ ਦਾ ਇੱਦਾਂ ਸੀ ਕਿ ਜਦ ਵੀ ਫੂਡ ਕੋਈ ਵੀ ਜ਼ਿਆਦਾ ਲੇਟ ਹੋਣ ਲੱਗ ਜਾਂਦਾ ਹੈ ਉਹ ਕਾਲ ਕਰਕੇ ਦੇਖਦੇ ਨੇ, ਲੇਕਿਨ ਕਾਲ 'ਤੇ ਮੈਂ ਪਹਿਲਾਂ ਹੀ ਉਹਨਾਂ ਨੂੰ ਦੱਸ ਦਿੰਦਾ ਕਿ ਸਰ ਮੈਂ ਦਰਅਸਲ ਸਾਈਕਲ 'ਤੇ ਹਾਂ, ਕਿਉਂਕਿ ਉਹ ਇੱਦਾਂ ਹੈ ਕਿ ਐਪ ਦੇ ਵਿੱਚ ਉਹ ਆ ਨਹੀਂ ਸ਼ੋ ਕਰਦਾ ਕਿ ਰਾਈਡਰ ਸਾਈਕਲ 'ਤੇ ਹੈ ਜਾਂ ਬਾਈਕ 'ਤੇ ਹੈ। ਇਹ ਮੈਂ ਪਹਿਲਾਂ ਗੱਲ ਕਲੀਅਰ ਕਰ ਦਿੰਦਾ ਕਿ ਹਾਂ ਸਰ ਮੈਂ ਸਾਈਕਲ 'ਤੇ ਹਾਂ, ਥੋੜ੍ਹਾ ਕੁ ਲੇਟ ਹੋ ਸਕਦਾ ਹੈ, ਫਿਰ ਵੀ ਮੈਂ ਆਪਣੀ ਪੂਰੀ ਕੋਸ਼ਿਸ਼ ਕਰੂੰਗਾ ਤੁਹਾਡੇ ਕੋਲ ਜਲਦੀ ਤੋਂ ਜਲਦੀ ਖਾਣਾ ਲੈ ਕੇ ਆਉਣ ਦੇ। ਫਿਰ ਉਹਨਾਂ ਦਾ ਵੀ ਮਾਈਂਡ ਸੈਟ ਚੇਂਜ ਹੋ ਜਾਂਦਾ ਹੈ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਇੰਨੀ ਠੰਡ ਦੇ ਵਿੱਚ ਬੰਦਾ ਸਾਈਕਲ ਚਲਾ ਕੇ ਆ ਰਿਹਾ। ਉਹ ਕਹਿੰਦੇ ਕੋਈ ਗੱਲ ਨਹੀਂ, ਜਿੰਨਾ ਵੀ ਟਾਈਮ ਲੱਗੇ ਕੋਈ ਗੱਲ ਨਹੀਂ, ਆਰਾਮ ਨਾਲ ਤੁਸੀਂ ਖਾਣਾ ਲੈ ਕੇ ਆ ਜਾਓ। ਤਾਂ ਮੈਨੂੰ ਲੱਗਦਾ ਕਿ ਇਹ ਵੀ ਸ਼ਾਇਦ ਚੰਗੀ ਗੱਲ ਆ ਕਿ ਲੋਕ ਤੁਹਾਨੂੰ ਇਸ ਤਰੀਕੇ ਨਾਲ ਨਾ ਰਿਸਪੌਂਸ ਦਿੰਦੇ ਨੇ ਕਿ ਹਾਂਜੀ ਕੋਈ ਗੱਲ ਨਹੀਂ। ਅਕਸਰ ਅਸੀਂ ਦੇਖਦੇ ਹਾਂ ਕਿ ਅੱਜ ਦਾ ਟਾਈਮ ਆ ਨਾ ਜਿਹੜਾ ਉਹ ਸ਼ਾਰਟ ਦਾ ਵਾ, ਕਿ ਜੇ ਸਾਨੂੰ ਕੋਈ ਚੀਜ਼ 10 ਮਿੰਟ ਲੱਗਣਾ ਤਾਂ ਅਗਲਾ ਕਹਿੰਦਾ ਸਾਨੂੰ 5 ਮਿੰਟਾਂ 'ਚ ਇਹ ਚੀਜ਼ ਚਾਹੀਦੀ ਹੈ ਨਾ। ਤਾਂ ਇਹ ਵੀ ਇੱਕ ਚੰਗੀ ਗੱਲ ਆ ਕਿ ਲੋਕਾਂ ਦੇ ਵੱਲੋਂ ਵੀ ਤੁਹਾਨੂੰ ਰਿਸਪੌਂਸ ਮਿਲ ਰਿਹਾ। ਤੇ ਮੈਂ ਹੁਣ ਇੱਥੇ ਜੇਕਰ ਤੁਹਾਡੀ ਪੜ੍ਹਾਈ ਵਾਲੇ ਪਾਸੇ ਆਵਾਂ, ਤੁਸੀਂ ਬੀ ਫਾਰਮੇਸੀ ਕਰ ਰਹੇ ਹੋ ਤਾਂ ਫਿਰ ਪੜ੍ਹਾਈ ਦੇ ਲਈ ਵੀ ਸਮਾਂ ਚਾਹੀਦਾ ਹੁੰਦਾ ਨਾ। ਫਿਰ ਪੜ੍ਹਾਈ ਕਿਵੇਂ ਕੰਪਲੀਟ ਕਰਦੇ ਹੋ ਨਾਲ, ਜਾਂ ਕਿੰਨਾ ਟਾਈਮ ਪੜ੍ਹਾਈ ਦੇ ਲਈ ਕੱਢਦੇ ਹੋ, ਕਿੰਨਾ ਟਾਈਮ ਕੰਮ ਦੇ ਲਈ ਕੱਢਦੇ ਹੋ? ਟਾਈਮ ਦਾ ਇੱਦਾਂ ਕਿ ਮੈਂ ਤੁਸੀਂ ਐਲਨ ਮਸਕ ਦਾ ਤਾਂ ਨਾਮ ਸੁਣਿਆ ਹੀ ਹੋਗਾ, ਜਿਵੇਂ ਕਿ ਟੈਸਲਾ ਦੇ CEO ਨੇ, ਉਹ ਮੇਰੇ ਦਰਅਸਲ ਆਈਡਲ ਨੇ। ਉਹਨਾਂ ਤੋਂ ਮੈਂ ਬੜਾ ਮੋਟੀਵੇਟ ਹੋਇਆ ਕਿ ਹਾਂ ਬਈ ਕਿੱਦਾਂ ਉਹ ਇੰਨਾ ਮਲਟੀ ਬਿਲੀਅਨਰ ਬਣੇ ਨੇ, ਕਿਉਂਕਿ ਉਹਨਾਂ ਦੀ ਲਾਈਫ ਤੋਂ ਇੱਕ ਗੱਲ ਮੈਂ ਬੜੀ ਦੇਖੀ ਹੈ, ਕਿਉਂਕਿ ਉਹ ਜਦ ਵੀ ਉਹਨਾਂ ਦੇ ਵਰਕਲੋਡ ਹੁੰਦਾ ਸੀ, ਉਹ ਇੰਨਾ ਵਰਕਲੋਡ ਹੁੰਦਾ ਸੀ ਕਿ ਉਹ ਕਦੇ ਕਦਾਈ ਤਾਂ ਆਪਣੇ ਆਫਿਸ ਦੇ ਵਿੱਚ ਹੀ ਸੋ ਜਾਂਦੇ ਸੀ। ਅੱਛਾ ਜੀ। ਜਿਹੜੀ ਗੱਲ ਮੈਨੂੰ ਬਹੁਤ ਚੰਗੀ ਲੱਗੀ, ਉਹਨਾਂ ਮੋਟੀਵੇਟ ਕੀਤਾ ਕਿ ਹਾਂ ਵੀ ਜਦ ਬਿਲੀਅਨਰ ਬਣ ਸਕਦੇ ਨੇ ਉਹ ਪੂਰੀ ਮਿਹਨਤ ਨਾਲ, ਤਾਂ ਫਿਰ ਅਸੀਂ ਕਿਉਂ ਨਹੀਂ। ਫਿਰ ਉਸੇ ਆਈਡੀਆ ਦੇ ਨਾਲ, ਉਸੇ ਮੋਟੀਵੇਸ਼ਨ ਦੇ ਨਾਲ ਮੈਂ ਵੀ ਸੋਚਿਆ ਕਿ ਕਿਉਂਕਿ ਬੰਦੇ ਕੋਲ 24 ਘੰਟੇ ਹੁੰਦੇ ਨੇ, ਉਹ ਕਿੱਦਾਂ ਵੀ ਆਪਣੇ 24 ਘੰਟਿਆਂ ਨੂੰ ਕਿੰਨਾ ਸਹੀ ਇਸਤੇਮਾਲ ਕਰਦਾ ਉਹ ਬੰਦੇ 'ਤੇ ਡਿਪੈਂਡ ਕਰਦਾ ਹੈ। ਟਾਈਮ ਮੈਨੇਜਮੈਂਟ ਦੀ ਜਿਹੜੀ ਸਕਿੱਲ ਹੈ ਉਹ ਅੱਜ ਦੀ ਯੂਥ ਦੇ ਵਿੱਚ ਬਹੁਤ ਜ਼ਰੂਰੀ ਹੁੰਦੀ ਹੈ, ਕਿਉਂਕਿ ਉਹ ਜੇ ਤੁਸੀਂ ਸਕਸੈਸ ਚਾਹੀਦੀ ਹੈ ਤਾਂ ਟਾਈਮ ਮੈਨੇਜਮੈਂਟ ਤਾਂ ਬਿਲਕੁਲ ਆਉਣੀ ਚਾਹੀਦੀ ਹੈ। ਹੁਣ ਮੈਂ 24 ਘੰਟਿਆਂ ਦੇ ਵਿੱਚ ਆਪਣਾ ਸਟੱਡੀ ਦਾ ਵੀ ਮੈਨੇਜਮੈਂਟ ਆਪੇ ਹੀ ਕਰ ਲੈਂਦਾ, ਕਿਉਂਕਿ ਇਹ ਦਰਅਸਲ ਮੈਂ ਪਾਰਟ ਟਾਈਮ ਜੋਬ ਆਪਟ ਕੀਤੀ ਹੈ, ਕਿਉਂਕਿ ਹੁਣ ਮੈਂ ਮੈਕਸਿਮਮ ਪ੍ਰਾਇਓਰਟੀ ਤਾਂ ਆਪਣੀ ਸਟੱਡੀ ਨੂੰ ਹੀ ਦਿੰਦਾ। ਬਾਕੀ ਜਿਹੜਾ ਮਤਲਬ ਮੇਰਾ ਫ੍ਰੀ ਟਾਈਮ ਬਚਦਾ ਹੈ ਉਹ ਦਰਅਸਲ ਮੈਂ ਇੱਧਰ ਉੱਧਰ ਖਰਾਬ ਕਰਨ ਦੇ ਬਜਾਏ ਮੈਂ ਆਪਣਾ ਪਾਰਟ ਟਾਈਮ ਹੀ ਕਰ ਲੈਂਦਾ। ਤਾਂ ਜੇਕਰ ਮੈਂ ਤੁਹਾਡੀ ਜਿਵੇਂ ਪੜ੍ਹਾਈ ਦੀ ਆਪਾਂ ਗੱਲ ਕੀਤੀ ਨਾ ਕਿ ਚਲੋ ਤੁਸੀਂ ਮੈਨੇਜ ਕਰ ਲੈਂਦੇ ਹੋ ਨਾ ਇਹ ਸਾਰੀਆਂ ਚੀਜ਼ਾਂ, ਤਾਂ ਫਿਰ ਬੀ ਫਾਰਮੇਸੀ ਕਰ ਰਹੇ ਹੋ, ਅੱਗੇ ਬਣਨਾ ਕੀ ਚਾਹੁੰਦੇ ਹੋ? ਟੀਚਾ ਕੀ ਰੱਖਿਆ ਹੋਇਆ ਕਿ ਹਾਂ ਇਸ ਟੀਚੇ ਦੇ ਤੱਕ ਪਹੁੰਚਣਾ ਵਾ? ਹਮੇਸ਼ਾ ਇੱਕ ਬੰਦੇ ਦੇ ਮਨ ਦੇ ਵਿੱਚ ਹੈ ਨਾ ਏਮ ਹੁੰਦਾ ਵਾ ਕਿ ਯਾਰ ਮੈਂ ਆਹ ਚੀਜ਼ ਕਰਨੀ ਆ, ਮੈਂ ਇੱਥੇ ਕੀ ਬਣਨਾ ਚਾਹੁੰਦਾ ਨਾ ਹਮੇਸ਼ਾ। ਤਾਂ
ਉਹ ਤੁਹਾਡਾ ਕੀ ਟੀਚਾ ਵਾ, ਕੀ ਬਣਨਾ ਚਾਹੁੰਦੇ ਹੋ, ਕੀ ਕਿੱਥੇ ਤੱਕ ਪਹੁੰਚਣਾ ਚਾਹੁੰਦੇ ਹੋ? ਮਤਲਬ ਮੇਰਾ ਡ੍ਰੀਮ ਇਹ ਹੈ ਕਿ ਮੈਂ ਬਹੁਤ ਵੱਡਾ ਫਾਰਮਾਸਿਸਟ ਬਣਾ। ਫਾਰਮਾਸਿਸਟ ਬਣ ਕੇ ਮੈਂ ਆਪਣੀ ਇੱਕ ਫਾਰਮਾਸਿਊਟੀਕਲ ਕੰਪਨੀ ਖੋਲਾਂਗਾ, ਜਿਹਦੇ ਵਿੱਚ ਜਿਹੜੇ ਲੋਕੀ ਨੇ ਉਹਨਾਂ ਨੂੰ ਚੀਪ ਰੇਟਸ 'ਤੇ ਜਾਂ ਫਿਰ ਹਾਫ ਰੇਟਸ 'ਤੇ ਮੈਂ ਦਵਾਈਆਂ ਦੇਵਾਂ। ਕਿਉਂਕਿ ਅੱਜ ਦੇ ਵੇਲੇ ਕੀ ਹੈ, ਜਿਹੜੇ ਦਵਾਈਆਂ ਦਾ ਵੀ ਰੇਟ ਹੈ ਉਹ ਵੀ ਬਹੁਤ ਜ਼ਿਆਦਾ ਹੋ ਗਿਆ, ਕਿਉਂਕਿ ਲੋਕ ਇਹਨਾਂ ਬਿਮਾਰੀਆਂ ਨਾਲ ਜੂਝ ਰਹੇ ਨੇ, ਤਾਂ ਫਿਰ ਇੰਨਾ ਅਫੋਰਡ ਨਹੀਂ ਕਰ ਸਕਦੇ ਕਿ ਹਾਂ ਬਈ ਲੱਖਾਂ ਰੁਪਇਆ ਦਵਾਈਆਂ 'ਤੇ ਹੀ ਖਰਚ ਦਈਏ। ਫਿਰ ਮੇਰੇ ਦੇ ਅੰਦਰ ਬਹੁਤ ਖਿਆਲ ਹੈ ਕਿ ਇਹ ਲੋਕ ਜਿਵੇਂ ਬਿਮਾਰੀਆਂ ਤੋਂ ਗ੍ਰਸਤ ਰਹਿੰਦੇ ਨੇ, ਉਹਨਾਂ ਨੂੰ ਹੈਲਪ ਤਾਂ ਕਰਨੀ ਬਣਦੀ ਹੈ, ਕਿਉਂਕਿ ਇਕੱਲੇ ਪੈਸੇ ਨਾਲ ਉਹ ਆਪਣੀ ਜਾਨ ਗੰਵਾ ਦੇਣੇ, ਗੱਲ ਤਾਂ ਚੰਗੀ ਨਹੀਂ ਲੱਗਦੀ ਮੈਨੂੰ ਬਹੁਤ ਜ਼ਿਆਦਾ। ਕਿਉਂਕਿ ਫਿਰ ਮੈਂ ਉਹਨਾਂ ਨੂੰ ਫ੍ਰੀ ਕੈਂਪ ਲਵਾਵਾਂਗਾ ਉਹਨਾਂ ਵਾਸਤੇ, ਫ੍ਰੀ ਦਵਾਈਆਂ ਵੰਡਣ ਦਾ, ਤਾਂ ਕਿ ਉਹਨਾਂ ਦੀ ਵੀ ਹੈਲਪ ਹੋ ਸਕੇ। ਬਿਲਕੁਲ ਜੀ, ਤਾਂ ਕਹਿੰਦੇ ਆ ਕਿ ਦਾਨ ਕਰਨ ਦੇ ਲਈ ਜਿਹੜਾ ਦਿਲ ਹੈ ਨਾ ਉਹ ਵੀ ਵੱਡਾ ਚਾਹੀਦਾ। ਪੈਸੇ ਬਹੁਤ ਦੁਨੀਆ ਕੋਲ ਨੇ, ਪਰ ਜਿਹੜੇ ਦਾਨੀ ਨੇ ਨਾ, ਹਾਲਾਂਕਿ ਦਾਨੀ ਵੀ ਬਹੁਤ ਨੇ, ਪਰ ਗੱਲ ਇਹ ਹੈ ਕਿ ਦਾਨ ਕਰਨ ਦੇ ਲਈ ਦਿਲ ਵੱਡਾ ਚਾਹੀਦਾ ਨਾ, ਕਿ ਸਾਡੇ ਕੋਲ ਦਿਲ ਹੋਣਾ ਚਾਹੀਦਾ ਆਪਦੀ ਜੇਬ ਦੇ ਵਿੱਚੋਂ ਰੁਪਈਏ ਕੱਢ ਕੇ ਕਿਸੇ ਇਨਸਾਨ ਨੂੰ ਦੇਣੇ ਜਾਂ ਫਿਰ ਕਿਸੇ ਦੀ ਸਹਾਇਤਾ ਕਰਨੀ ਹੈ ਨਾ। ਤਾਂ ਇਹ ਵੀ ਇੱਕ ਤੁਹਾਡੀ ਚੰਗੀ ਸੋਚ ਇੱਥੇ ਜ਼ਰੂਰ ਹੈ ਕਿ ਤੁਸੀਂ ਲੋਕਾਂ ਦੇ ਬਾਰੇ ਸੋਚ ਰਹੇ ਹੋ ਕਿ ਜਿਹੜੇ ਗਰੀਬ ਆਪਣਾ ਇਲਾਜ ਨਹੀਂ ਕਰਵਾ ਸਕਦੇ, ਪੈਸੇ ਦੇ ਪੱਖੋਂ ਜਿਹੜੇ ਵਿਚਾਰੇ ਦਵਾਈਆਂ ਵੀ ਨਹੀਂ ਲੈ ਸਕਦੇ ਨੇ, ਤਾਂ ਉਹਨਾਂ ਲਈ ਤੁਸੀਂ ਐਡੀ ਵੱਡੀ ਸੋਚ ਰੱਖ ਰਹੇ ਹੋ। ਤਾਂ ਇੱਕ ਚੀਜ਼ ਇੱਥੇ ਮੈਂ ਹੋਰ ਇਹ ਪੁੱਛਣੀ ਚਾਹੁੰਦਾ ਵਾਂ, ਜਿਵੇਂ ਪਰਿਵਾਰ ਦਾ ਮੈਂ ਤੁਹਾਡਾ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਪਰਿਵਾਰ ਦਾ ਕੀ ਰਿਐਕਸ਼ਨ ਆ, ਤਾਂ ਪਰਿਵਾਰ ਦੇ ਵਿੱਚ ਤੁਹਾਡੇ ਤੋਂ ਬਿਨਾਂ ਹੁਣ ਕੋਈ ਹੋਰ ਕਮਾਉਣ ਵਾਲਾ ਹੈ? ਜਿਵੇਂ ਤੁਸੀਂ ਦੱਸਦੇ ਕਿ ਤੁਹਾਡੇ ਫਾਦਰ ਸਾਹਿਬ ਸੀ ਉਹ ਬੈਂਕ ਚਲਾਉਂਦੇ ਸੀ, ਤਾਂ ਉਹਨਾਂ ਨੂੰ ਕੀ ਕੰਮ ਕਾਰ ਮਿਲ ਚੁੱਕਿਆ ਹੈ, ਜਾਂ ਹੋਰ ਕੌਣ ਹੈ ਜਿਹੜਾ ਘਰ ਦੇ ਵਿੱਚ ਹੁਣ ਕਮਾਈ ਕਰਨ ਵਾਲਾ ਹੈ? ਹਜੇ ਤਾਂ ਸਿਰਫ ਮੇਰੇ ਫਾਦਰ ਸਾਹਿਬ, ਜਿਵੇਂ ਕਿ ਲੋਕਡਾਊਨ ਹਟ ਗਿਆ ਸੀ ਉਸ ਦੇ ਬਾਅਦ ਉਹਨਾਂ ਦੀ ਜੋਬ ਲੱਗ ਗਈ ਜੀ, ਫਿਰ ਉਹ ਵੀ ਹਜੇ ਅਰਨਿੰਗ ਕਰ ਰਹੇ ਨੇ, ਅਤੇ ਮੈਂ ਵੀ ਉਹਨਾਂ ਦੀ ਸਪੋਰਟ ਦੇ ਵਿੱਚ ਥੋੜ੍ਹਾ ਬਹੁਤ ਪਾਰਟ ਟਾਈਮ ਕਰਕੇ ਉਹਨਾਂ ਦੀ ਹੈਲਪ ਕਰ ਰਹੇ ਹਾਂ। ਬਸ ਅਸੀਂ ਦੋ ਹੀ ਨੇ ਮੈਂਬਰ ਜਿਹੜੇ ਅਜੇ ਅਰਨਿੰਗ ਕਰ ਰਹੇ ਨੇ, ਹੋਰ ਕੋਈ ਨਹੀਂ। ਤਾਂ ਬਿਲਕੁਲ ਸਮੀਰ ਜੀ, ਤੁਹਾਡੀ ਇੱਕ ਚੰਗੀ ਸੋਚ ਹੈ ਔਰ ਤੁਸੀਂ ਮਿਹਨਤ ਕਰ ਰਹੇ ਹੋ। ਔਰ ਖਾਸ ਗੱਲ ਇਹ ਹੈ ਕਿ ਮਿਹਨਤ ਕਰਨ ਦੇ ਲਈ ਨਾ ਬਹੁਤ ਸਾਰੇ ਲੋਕ ਹੁੰਦੇ ਜਿਹੜੇ ਸ਼ਰਮ ਮਹਿਸੂਸ ਕਰਦੇ ਹੁੰਦੇ, ਉਹ ਇਸ ਲਈ ਕਿਉਂਕਿ ਤੁਸੀਂ ਸਾਈਕਲ ਦੇ ਉੱਤੇ ਨਾ ਡਿਲੀਵਰੀਆਂ ਕਰਦੇ ਹੋ। ਅਕਸਰ ਅਸੀਂ ਦੇਖਦੇ ਹਾਂ ਅੱਜ ਕੱਲ੍ਹ, ਜੇਕਰ ਕੋਈ ਨੌਜਵਾਨ ਆ ਨਾ, ਜੇ ਉਹ ਕਾਲਜ ਵੀ ਜਾਂਦਾ ਤਾਂ ਉਹਦੀ ਸੋਚ ਹੁੰਦੀ ਹੈ ਕਿ ਮੈਂ ਮੋਟਰਸਾਈਕਲ ਜਾਂ ਗੱਡੀ ਦੇ ਉੱਤੇ ਜਾਊਂਗਾ, ਤਾਂ ਤੁਸੀਂ ਆਪਣਾ ਕੰਮ ਵੀ ਹੈ ਜਿਹੜਾ ਉਹ ਸਾਈਕਲ ਦੇ ਉੱਤੇ ਕਰ ਰਹੇ ਹੋ ਨਾ, ਤਾਂ ਮਨ ਦੇ ਵਿੱਚ ਫਿਰ ਕਦੇ ਇੱਦਾਂ ਦਾ ਖਿਆਲ ਤਾਂ ਨਹੀਂ ਆਇਆ ਤੁਹਾਨੂੰ ਵੀ ਕਿ ਹਾਂ ਯਾਰ ਮੇਰੇ ਕੋਲ ਵੀ ਗੱਡੀ ਹੋਣੀ ਚਾਹੀਦੀ ਹੈ? ਜਾਂ ਬੰਦੇ ਦੀ ਸੋਚ ਜ਼ਰੂਰ ਹੁੰਦੀ ਹੈ ਨਾ ਕਿ ਹਾਂ ਮੈਂ ਵੀ ਉੱਚਾ ਜਾਣਾ ਵਾ ਨਾ, ਉੱਪਰ ਉੱਠਣਾ ਵਾ, ਤਾਂ ਫਿਰ ਇੱਦਾਂ ਦੇ ਕਦੇ ਵਿਚਾਰ ਆਏ ਹੋਣਗੇ? ਕਦੇ ਲੱਗਿਆ ਤਾਂ ਨਹੀਂ ਕਿ ਯਾਰ ਆਹ ਕੀ ਹੋ ਰਿਹਾ ਨਾ, ਜਾਂ ਕੀ ਪ੍ਰਮਾਤਮਾ ਸਾਡਾ ਸਾਥ ਨਹੀਂ ਦੇ ਰਿਹਾ? ਕਈ ਵਾਰੀ ਹੁੰਦਾ ਇਹ ਚੀਜ਼ਾਂ ਦਾ, ਤਾਂ ਫਿਰ ਉਹ ਇੱਦਾਂ ਦਾ ਵਿਚਾਰ ਤਾਂ ਨਹੀਂ ਆਇਆ ਕਦੇ? ਨਾ, ਇੱਦਾਂ ਦਾ ਵਿਚਾਰ ਤਾਂ ਕਦੇ ਵੀ ਨਹੀਂ ਆਇਆ, ਕਿਉਂਕਿ ਜੇ ਤੁਸੀਂ ਇੱਕ ਵਾਰੀ ਮਿਹਨਤ ਦਾ ਹੱਥ ਫੜ ਲਿਆ ਤੇ ਫਿਰ ਪਰਮਾਤਮਾ ਦਾ ਹੀ ਹੱਥ ਫੜ ਲਿਆ, ਕਿਉਂਕਿ ਤੁਸੀਂ ਇਸ ਕਰਕੇ, ਕਿਉਂਕਿ ਜੇ ਤੁਸੀਂ ਮਿਹਨਤ ਕਰ ਰਹੇ ਹੋ ਤਾਂ ਸਕਸੈਸ ਤਾਂ ਤੁਹਾਨੂੰ ਮਿਲਣੀ ਹੈ। ਐਸੀ ਗੱਲ ਨੂੰ ਅਸੀਂ ਅੰਦਰ ਮਨ 'ਚ ਰੱਖ ਕੇ ਜਿਹੜਾ ਵੀ ਕੰਮ ਹੈ ਉਹ ਕਰੀ ਜਾ ਰਹੇ ਨੇ, ਕਿਉਂਕਿ ਸਕਸੈਸ ਤਾਂ ਇੱਕ ਦਿਨ ਸਾਰਿਆਂ ਨੂੰ ਮਿਲ ਹੀ ਜਾਂਦੀ ਹੈ, ਕਿਉਂਕਿ ਜਿਹੜੇ ਵੀ ਮਿਹਨਤ ਸਹੀ ਚੰਗੇ ਕਰਮ ਕਰਕੇ ਆਪਣੇ ਕਰਦੇ ਨੇ, ਤੇ ਸਕਸੈਸ ਤਾਂ ਉਹਨਾਂ ਦੇ ਕੋਲ ਆਉਂਦੀ ਹੈ ਜ਼ਰੂਰ। ਤੇ ਇੱਕ ਲਾਸਟ ਮੈਸੇਜ ਮੈਂ ਤੁਹਾਡੇ ਤੋਂ ਜ਼ਰੂਰ ਇੱਥੇ ਲੈਣਾ ਚਾਹਾਂਗਾ। ਬਹੁਤ ਸਾਰੇ ਨੌਜਵਾਨ ਜਿਹੜੇ ਤੁਹਾਡੀ ਉਮਰ ਦੇ ਵਿੱਚ ਹੋਣਗੇ, ਮੇਰੀ ਉਮਰ ਦੇ ਵਿੱਚ ਹੋਣਗੇ, ਤੇ ਹਜੇ ਬਹੁਤ ਸਾਰੇ ਜਿਹੜੇ ਪੜ੍ਹਾਈ ਕਰ ਰਹੇ ਨੇ, ਜਾਂ ਫਿਰ ਜਿਹੜੇ ਸੋਚ ਰਹੇ ਨੇ ਕਿ ਮੈਂ ਅੱਗੇ ਜਾ ਕੇ ਇੱਦਾਂ ਕਰਨਾ ਨਾ, ਜਾਂ ਇਸ ਫੀਲਡ ਵਿੱਚ ਜਾਣਾ, ਉਸ ਫੀਲਡ ਵਿੱਚ ਜਾਣਾ। ਬਹੁਤ ਸਾਰੇ ਹੋਣਗੇ ਜਿਹੜੇ ਕਹਿੰਦੇ ਹੋਣਗੇ ਅਸੀਂ ਵਿਦੇਸ਼ ਜਾਣਾ, ਬਾਹਰ ਜਾਣਾ ਵਾ ਨਾ, ਤਾਂ ਉਹਨਾਂ ਦੇ ਲਈ ਕਿ ਤੁਹਾਡਾ ਮੈਸੇਜ ਹੋਵੇ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋਵੋ ਜਿਹੜੇ ਨੌਜਵਾਨ ਨੌਕਰੀ ਦੀ ਤਲਾਸ਼ 'ਚ ਨੇ ਜਾਂ ਨਾ, ਉਹਨਾਂ ਨੂੰ ਕੋਈ ਮੈਸੇਜ? ਉਹਨਾਂ ਯੂਥ ਵਾਸਤੇ ਮੈਸੇਜ ਆਹੀ ਹੈ ਕਿ ਕਿਉਂਕਿ ਜਿਹੜੀ ਦੇਸ਼ 'ਚ ਤੁਸੀਂ ਜਨਮ ਲਿੱਤਾ ਉਹਦੇ ਵਾਸਤੇ ਹੀ ਤੁਸੀਂ ਜੇ ਕੰਮ ਕਰੋ ਤਾਂ ਫਿਰ ਬਹੁਤ ਵੈਲ ਐਂਡ ਗੁੱਡ ਹੋ ਜਾਂਦਾ ਹੈ, ਕਿਉਂਕਿ ਜੇ ਤੁਸੀਂ ਬਾਹਰ ਜਾ ਕੇ ਕੰਮ ਕਰੋਗੇ ਤਾਂ ਇੱਕ ਤਰ੍ਹਾਂ ਦਾ ਤੁਹਾਡਾ ਬ੍ਰੇਨ ਵਾਸ਼ ਹੀ ਹੋ ਜਾਊਗਾ। ਆਪਣੇ ਦੇਸ਼ ਵਾਸਤੇ ਤਾਂ ਜਿਹੜੇ ਚੰਗੀ ਯੂਥ ਹੈ ਉਹ ਕਦੇ ਵੀ ਬਚ ਹੀ ਨਹੀਂ ਪਾਊਗੀ, ਕਿਉਂਕਿ ਜਿਹੜੇ ਵੀ ਸਕਿੱਲਫੁਲ ਬੰਦੇ ਹੁੰਦੇ ਨੇ ਉਹ ਸਾਰੇ ਜੇ ਬਾਹਰ ਚਲੇ ਜਾਣਗੇ ਤਾਂ ਫਿਰ ਇੱਕ ਤਰ੍ਹਾਂ ਦਾ ਆਪਣਾ ਜਿਹੜਾ ਦੇਸ਼ ਹੈ ਉਹ ਬਿਲਕੁਲ ਹੀ ਪ੍ਰੋਬਲਮਸ ਦੇ ਵਿੱਚ ਆ ਜਾਊਗਾ, ਜਿਹੜਾ ਕਿ ਉਹਦੀ ਬਹੁਤ ਪ੍ਰੋਬਲਮੈਟਿਕ ਸਿਚੁਏਸ਼ਨ ਕ੍ਰੀਏਟ ਹੋ ਜਾਊਗੀ ਦੇਸ਼ ਵਿੱਚ। ਬਹੁਤ ਜਿਵੇਂ ਕਿ ਕਰਪਸ਼ਨ ਹੋ ਗਿਆ, ਇਹ ਸਾਰੀ ਚੀਜ਼ਾਂ ਇਹ ਯੂਥ ਦੇ ਹੱਥ ਵਿੱਚ ਹੀ ਹੈ। ਜੇ ਉਹ ਆਪਣਾ ਦੇਸ਼ ਛੱਡ ਕੇ ਕਿਸੇ ਹੋਰ ਦੇਸ਼ ਦੀ ਸਹਾਇਤਾ ਕਰਨਗੇ ਫਿਰ ਉਹਨਾਂ ਦਾ ਦੇਸ਼ ਤਾਂ ਫਿਰ ਪੂਰਾ ਬਰਬਾਦ ਹੀ ਹੋ ਜਾਊਗਾ। ਇਸ ਕਰਕੇ ਉਹਨਾਂ ਨੂੰ ਦੇਸ਼ ਪ੍ਰੇਮ ਦੀ ਭਾਵਨਾ ਤਾਂ ਆਪਣੇ ਦਿਲ ਵਿੱਚ ਇੱਕ ਨਾ ਇੱਕ ਵਾਰ ਤਾਂ ਰੱਖਣੀ ਚਾਹੀਦੀ ਹੈ, ਜਿਹਦੇ ਕਾਰਨ ਉਹ ਆਪਣੇ ਦੇਸ਼ ਨੂੰ ਇੱਕ ਚੰਗੇ ਰਾਹ 'ਤੇ ਪਾ ਸਕਣ। ਜੀ ਬਿਲਕੁਲ ਸਮੀਰ ਜੀ, ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਟਾਈਮ ਦਿੱਤਾ ਔਰ ਤੁਹਾਡੇ ਕੰਮ ਦੇ ਵਿੱਚ ਅਸੀਂ ਆ ਕੇ ਰੁਕਾਵਟ ਪਾਈ ਆ, ਉਹਦੇ ਲਈ ਮਾਫੀ ਵੀ ਚਾਹੁੰਦਾ ਵਾਂ। ਪਰ ਤੁਹਾਡੇ ਨਾਲ ਗੱਲਬਾਤ ਕਰਨ ਦਾ ਸਿਰਫ ਮਕਸਦ ਇਹ ਸੀ ਤਾਂ ਕਿ ਹੋਰ ਜਿਹੜੇ ਨੌਜਵਾਨ ਆਪਣੀ ਨੌਕਰੀ ਦੀ ਤਲਾਸ਼ ਵਿੱਚ ਨੇ ਨਾ, ਜਾਂ ਸੋਚ ਰਹੇ ਨੇ ਕਿ ਅੱਗੇ ਅਸੀਂ ਕਿਵੇਂ ਕਰਨਾ, ਜਾਂ ਜਿਨ੍ਹਾਂ ਦੇ ਮਨਾਂ ਵਿੱਚ ਸਵਾਲ ਚੱਲ ਰਿਹਾ ਕਿ ਲੋਕ ਕੀ ਕਹਿਣਗੇ, ਇਸੇ ਕਰਕੇ ਇਹ ਤੁਹਾਡੇ ਨਾਲ ਗੱਲਬਾਤ ਕਰਨ ਦਾ ਮਕਸਦ ਇਹ ਸੀ ਕਿ ਉਹਨਾਂ ਹੋ ਸਕਦਾ ਕਿ ਜਿਹੜੇ ਨੌਜਵਾਨਾਂ ਦੇ ਵਿੱਚੋਂ ਕਿਸੇ ਇੱਕ ਜਾਂ ਦੋ ਨੂੰ ਸਮਝ ਆ ਜਾਵੇ ਕਿ ਅਸੀਂ ਕਿਵੇਂ ਆਪਣਾ ਕੰਮ ਕਰਨਾ, ਕਿਵੇਂ ਆਪਣਾ ਜਿਹੜਾ ਪਰਿਵਾਰ ਚਲਾਉਣਾ ਨਾ। ਤਾਂ
ਹੋ ਸਕਦਾ ਅਗਰ ਇੱਕ ਜਾਂ ਦੋ ਨੌਜਵਾਨ ਵੀ ਸਹੀ ਰਸਤੇ 'ਤੇ ਆਉਂਦੇ ਆ, ਸ਼ਾਇਦ ਉਹ ਸਾਡੇ ਲਈ ਵੀ ਚੰਗੀ ਗੱਲ ਹੋਏਗੀ ਕਿ ਸਾਡੇ ਥਰੂ ਕੋਈ ਬੰਦਾ ਨਾ ਸਹੀ ਰਸਤੇ ਦੇ ਉੱਤੇ ਆ ਜਾਵੇ। ਤਾਂ ਉਮੀਦ ਕਰਦੇ ਹਾਂ ਜੀ ਪ੍ਰਮਾਤਮਾ ਤੁਹਾਡੀ ਮਿਹਨਤ ਨੂੰ ਫਲ ਲਾਏਗਾ ਔਰ ਤੁਸੀਂ ਇਸੇ ਤਰੀਕੇ ਨਾਲ ਅੱਗੇ ਤਰੱਕੀ ਕਰਦੇ ਰਹੋਗੇ ਔਰ ਅਗਲੀ ਵਾਰ ਜਦੋਂ ਵੀ ਸਾਡੀ ਮੁਲਾਕਾਤ ਹੋਵੇ ਤਾਂ ਤੁਸੀਂ ਇੱਕ ਚੰਗੇ ਮੁਕਾਮ ਦੇ ਉੱਤੇ ਪਹੁੰਚੇ ਹੋਵੋ। ਤਾਂ ਉਮੀਦ ਕਰਦੇ ਹਾਂ ਜੀ ਤੁਹਾਨੂੰ ਵੀ ਗੱਲਬਾਤ ਚੰਗੀ ਲੱਗੀ ਹੋਏਗੀ ਔਰ ਮਿਹਨਤ ਹਮੇਸ਼ਾ ਕਹਿੰਦੇ ਬੰਦੇ ਨੂੰ ਕਰਨੀ ਚਾਹੀਦੀ ਹੈ। ਜੇਕਰ ਲਾਈਫ ਦੇ ਵਿੱਚ ਅੱਗੇ ਵਧਣਾ ਵਾ, ਕਾਮਯਾਬ ਹੋਣਾ, ਤਾਂ ਉਹਦੇ ਲਈ ਮਿਹਨਤ ਕਰਨੀ ਬਹੁਤ ਜ਼ਰੂਰੀ ਆ ਤੇ ਮਿਹਨਤ ਕਰਨ ਦੇ ਲਈ ਟਾਈਮ ਵੀ ਕੱਢਣਾ ਪੈਂਦਾ ਤੇ ਮਾੜੇ ਕੰਮਾਂ ਤੋਂ ਧਿਆਨ ਹਟਾ ਕੇ ਚੰਗੇ ਪਾਸੇ ਲਾਉਣਾ ਪੈਂਦਾ। ਔਰ ਜਾਂ ਫਿਰ ਕਹਿ ਲਓ ਕਿ ਜਿੰਨਾ ਆਪਾਂ ਫੋਨ ਦੇ ਉੱਤੇ ਟਾਈਮ ਖਰਾਬ ਕਰਦੇ ਆ ਤਾਂ ਫੋਨ ਦੇ ਉੱਤੇ ਟਾਈਮ ਖਰਾਬ ਕਰਨ ਦੇ ਨਾਲੋਂ ਆਪਣੀ ਮਿਹਨਤ ਵੱਲ ਧਿਆਨ ਦੇਈਏ, ਆਪਣੇ ਕੰਮ ਕਾਰ ਦੇ ਵੱਲ ਧਿਆਨ ਦੇਈਏ। ਉਮੀਦ ਕਰਦੇ ਹਾਂ ਜੀ ਗੱਲਾਂ ਬਾਤਾਂ ਚੰਗੀਆਂ ਲੱਗੀਆਂ ਹੋਣਗੀਆਂ। ਜੇਕਰ ਕੋਈ ਸੁਝਾਅ ਆਏ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝਾ ਕਰਨਾ। ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖ ਦੁਲੇ, ਡੇਲੀ ਪੋਸਟ ਪੰਜਾਬੀ, ਲੁਧਿਆਣਾ।